ਵਾਹਿਗੁਰੂ ਵਾਹਿਗੁਰੂ जी का खालसा वाहिगुरू जी की फतेह। इसी दे नाल अगे आपां 28वां चरित्र पढ़दे हां। उहदे भी थोड़े पदे ने 14 को चौ पई। अनंत कथा मंत्री एक कही, मंत्री ने एक होर कथा कही। सुन सब सभा मौन होवै रही, जिसनू सुन के सारी सभा खामोश हो गई। एक अहीर नदी तट रही। अहीर दा अर्थ इन्हां ने गुजर कीता ते महान कोश ने गोपाल अते ग्वाला भी कीता कि एक गुजर नदी दे कंढे उत्ते रहिंदा सी। अत सुंदर तेह त्रिय जग कहई। उसकी इस्त्री जगत विच बहुत सुंदर मन्नी जाती सी। दोहरा रूप कुरूप अहीर को सुंदरता की नार। गुजर दा रूप कोझा सी पर उसकी स्त्री सुंदर सी। वह तरनी एक राव को अटकी रूप निहार। ਉਹ इस्त्री एक राजे का रूप वेख के उस दे प्रेम विच फस गई। चौपई दुखत अहीर नार को राखै। ਉਹ गुजर इस्त्री नूं दुखी रखदा सी। कट कट बचन रैन दिन पाखै अते रात दिन कौड़े बोल बोलदा सी। गोरस बेचन जान ना देई, दुध वेचन लई भी उसनू जान नहीं दिंदा सी। छीन बेच गहनन कह लई, उसदे गहने भी खो के वेच दिते सन। अडिल सूर छट तिह नाम तरन को जानिए। उस इस्त्री का नाम सूर छट सी। इस तो पहला भी जिहड़े दास ने चरित्र पढ़े ने ते ये भी ये जिन्ने नाम ने इस्त्रियां दे दास ने महान कोश विच वेखे ने ते मैनू इन्हां बारे कोई उग सुग नहीं मिली। जे इन्हां बारे पता लगदा ते दास जरूर नाल दसी जांदा भी सूर छट कित्थों दी है ते होर जिहड़े पिछे नाम आए ने जिवें व्योम कला पिछे नाम आया है, निरतमती 26वें चरित्र विच आया है, प्रेम कुंवरे 25वें चरित्र विच आया है ते होर जिहड़ा पिछे इत्थों तक कि नूप कुंवर जिहड़ा नाम है वो भी किहदा है, ये भी उहदे विच किधरे पता नहीं लगा। तुहानू सुन के किसी नूं कोई पता लगे भी ये नाम ये कित्थों दियां इस्त्रियां ने जां इन्हां दा कोई अग्गा पिछा कित्थे है ते तुसी जरूर कृपा करके दसना। इस इस्त्री दा नाम सूर छट सी। छतर के तु नृप भय अधिक हित मानिए। अते जिस राजे नाल उसका अधिक हित सी उसका नाम छत्रकेत सी। छत्रकेत चंद्र भगा सरिता तट भैस चरावई। चंद्र भगा भाव चना। चना नदी दे कंढे उत्ते ਉਹ ਮਹੀਆਂ ਚਰਾਉਂਦੀ ਸੀ। हो जही राव नावन हित नित हो जही राव नावन हित नित प्रत आवई। ਉੱਥੇ ही राजा नित इशनान करन लई आउंदा सी। चौपई गोरस दोहन त्रियह तह लियावै। दुध चोण लई ਉਹ इस्त्री ਮਈਆਂ ਨੂੰ ਉੱਥੇ ਲਿਆਉਂਦੀ ਸੀ।
ਸਮੇਂ ਪਾਏ ਰਾਜਾ ਤਹ ਜਾਵੈ, ਅਤੇ ਮੌਕਾ ਤਾੜ ਕੇ ਰਾਜਾ ਵੀ ਉੱਥੇ ਚਲਾ ਜਾਂਦਾ ਸੀ। ਦੋਹਤ ਛੀਰੇ ਕਟਿਆ ਦੁੱਖ ਦੇਈ, ਦੁੱਧ ਚੋਣ ਵੇਲੇ ਕੱਟੀ ਬਹੁਤ ਤੰਗ ਕਰਦੀ ਸੀ। ਤ੍ਰਿਆ ਕਹ ਭਾਖ ਤਾਹੇ ਗਹਿ ਲਈ, ਤਦ ਉਹ ਗੁੱਜਰ ਇਸਤਰੀ ਨੂੰ ਕੱਟੀ ਪਕੜਨ ਲਈ ਬੁਲਾ ਲੈਂਦਾ। ਤਦ ਉਹ ਗੁੱਜਰ ਇਸਤਰੀ ਨੂੰ ਕੱਟੀ ਪਕੜਨ ਲਈ ਬੁਲਾ ਲੈਂਦਾ। ਦੋਹਰਾ ਜਬ ਬਹੁ ਚੋਵਤ ਭੈਸ ਕੋ ਕਰਕੇ ਨੀਚਾ ਸੀਸ, ਜਦੋਂ ਉਹ ਗੁੱਜਰ ਸਿਰ ਨੀਵਾਂ ਕਰਕੇ ਮੱਝ ਦੀ ਧਾਰ ਕੱਢਦਾ। ਤੁਰਤ ਆਨ ਤ੍ਰਿਆ ਕੋ ਭਜੈ, ਬਹੁ ਪੁਰਖਨ ਕੋ ਈਸ, ਤਾਂ ਬਹੁਤ ਲੋਕਾਂ ਦਾ ਸੁਆਮੀ ਅਰਥਾਤ ਰਾਜਾ ਤੁਰਤ ਪਹੁੰਚ ਕੇ ਇਸਤਰੀ ਨਾਲ ਸੰਯੋਗ ਕਰਨ ਲੱਗਦਾ। ਭਾਤ ਤੇ ਰਾਜਾ ਭਜੈ, ਤਾ ਕਹ ਮੋਦ ਬਢਾਈ, ਉਸ ਨਾਲ ਰਾਜਾ ਪ੍ਰਸੰਨਤਾ ਪੂਰਵਕ ਵੱਖ ਵੱਖ ਢੰਗਾਂ ਦੀ ਰੱਤੀ ਕਰੀੜਾ ਕਰਦਾ। ਚਿਮਟੇ ਸੁੰਦਰ ਰਮੈ, ਲਪਟੇ ਤ੍ਰਿਯ ਜਾਏ, ਉਸ ਸੁੰਦਰ ਇਸਤਰੀ ਵੀ ਚਿਮਟ ਕੇ ਅਤੇ ਲਿਪਟ ਕੇ ਰਮਣ ਕਰਦੀ। ਚੋਟ ਲੱਗੇ ਮੈਖੀ ਕੰਪੈ, ਦੁਗਧ ਪਰਤ ਛਿਤ ਆਏ, ਸੱਟ ਲੱਗਣ ਨਾਲ ਮੱਝ ਹਿੱਲਦੀ ਸੀ ਅਤੇ ਦੁੱਧ ਧਰਤੀ ਉੱਤੇ ਆ ਪੈਂਦਾ ਸੀ। ਤਾਂ ਗੁਜਰੀ ਨੂੰ ਸੰਗ ਅਹੀਰਨੀ ਬੋਲਤ ਕੋਪ ਬਢਾਏ, ਤਾਂ ਗੁਜਰੀ ਨੂੰ ਗੁੱਸੇ ਨਾਲ ਬੋਲਦਾ ਸੀ। ਅੜਿਲ ਸੁਨੋ ਅਹੀਰਨ ਬੈਨ ਕਹਾਂ ਤੁਮ ਕਰਤ ਹੋ, ਹੇ ਗੁਜਰੀ ਮੇਰੀ ਗੱਲ ਸੁਣ, ਤੂੰ ਕੀ ਕਰ ਰਹੀ ਹੈ। ਭੂਮ ਗਿਰਾਵਤ ਦੂਧ ਨਾ ਮੋਤੇ ਡਰਤ ਹੋ, ਤੂੰ ਧਰਤੀ ਉੱਤੇ ਦੁੱਧ ਡਿੱਗਣ ਦੇ ਰਹੀ ਹੈ, ਤੂੰ ਮੈਥੋਂ ਡਰਦੀ ਨਹੀਂ। ਕਹਿਓ ਤ੍ਰਿਆ ਪਿය ਸਾਥ, ਬਾਤ ਸੁਣ ਲੀਜੀਐ, ਇਸਤਰੀ ਪਤੀ ਨੂੰ ਕਹਿਣ ਲੱਗੀ, ਹੇ ਪ੍ਰਿਯ ਮੇਰੀ ਗੱਲ ਸੁਣ ਲਵੋ। ਹੋ ਕੱਟੀ ਦੁਖਾਵਤ ਯਾਹੇ, ਪੀਣ ਪੈ ਦੀਜੀਐ, ਇਹ ਕੱਟੀ ਮੱਝ ਨੂੰ ਤੰਗ ਕਰਦੀ ਹੈ, ਇਸ ਨੂੰ ਵੀ ਪੀਣ ਲਈ ਕੁਝ ਦੁੱਧ ਦਿਓ। ਦੋਹਰਾ ਰਾਵ ਹੀਰਨ ਦੋਏ ਤਰੁਣ, ਭੋਗ ਕਰੇ ਸੁਖ ਪਾਏ, ਰਾਜਾ ਅਤੇ ਗੁਜਰੀ ਦੋਵੇਂ ਜਵਾਨ ਹਨ ਅਤੇ ਸੰਯੋਗ ਕਰਕੇ ਸੁਖ ਪ੍ਰਾਪਤ ਕਰਦੇ ਹਨ। ਲਪਟੇ ਰਾਜਾ ਰਮੈ, ਚਿਮਟ ਤ੍ਰਿਯ ਜਾਏ, ਲਿਪਟ ਕੇ ਰਾਜਾ ਰਮਣ ਕਰਦਾ ਹੈ ਅਤੇ ਇਸਤਰੀ ਵੀ ਨਾਲ ਚਿਮਟ ਕੇ ਆਨੰਦ ਮਾਣਦੀ ਹੈ। ਡੋਲਤ ਮੈਖੀ ਨਾ ਰਹਿ, ਬੋਲਿਓ ਬਚਨ ਅਹੀਰ, ਜਦ ਮੱਝ ਹਿੱਲਣੋਂ ਨਾ ਰੁਕੀ ਤਾਂ ਅਹੀਰ ਨੇ ਕਿਹਾ, ਕਹਾ ਕਰਤ ਹੋ ਗਵਾਰਨੀ, ਬ੍ਰਿਥਾ ਗਵਾਵਤ ਛੀਰ, ਹੇ ਗਵਾਲਣ ਕੀ ਕਰਦੀ ਹੈ, ਕਿਉਂ ਵਿਅਰਥ ਵਿੱਚ ਦੁੱਧ ਗਵਾ ਰਹੀ ਹੈ। ਹੋ ਅਹੀਰ ਮੈਂ ਕਿਆ ਕਰੋ, ਕਟਿਆ ਮੋਹਿ ਦੁੱਖ ਦੇਤ, ਇਸਤਰੀ ਨੇ ਕਿਹਾ, ਹੇ ਅਹੀਰ ਮੈਂ ਕੀ ਕਰਾਂ, ਮੈਨੂੰ ਮੱਝ ਦਾ ਕੱਟਾ ਬਹੁਤ ਤੰਗ ਕਰ ਰਿਹਾ ਹੈ। ਯਾ ਕਹਿ ਚੂੰਘਣ ਦੀਜੀਐ, ਦੁਗਧ ਜੀਵਨ ਕੇ ਹੇਤ, ਇਸ ਲਈ ਇਸ ਨੂੰ ਚੁੰਘਣ ਦੇ, ਦੁੱਧ ਇਹਨਾਂ ਜੀਆਂ ਲਈ ਹੀ ਬਣਿਆ ਹੈ। ਅਧਿਕ ਮਾਨ ਸੁਖ ਘਰ ਗਇਓ, ਰਾਵ ਅਹੀਰ ਨਿਸੰਗ, ਰਾਜਾ ਬਹੁਤ ਸੁਖ ਪ੍ਰਾਪਤ ਕਰਕੇ ਅਤੇ ਗੁਜਰ ਨਿਸੰਗ ਹੋ ਕੇ ਘਰਾਂ ਨੂੰ ਚਲੇ ਗਏ। ਯੋ ਕਹਿ ਮੰਤਰੀ ਨਿਰਪਤ ਪਤ, ਪੂਰਨ ਕੀਓ ਪ੍ਰਸੰਗ, ਇਸ ਤਰ੍ਹਾਂ ਮੰਤਰੀ ਨੇ ਰਾਜਿਆਂ ਦੇ ਰਾਜੇ ਨੂੰ ਕਥਾ ਪ੍ਰਸੰਗ ਕਹਿ ਕੇ ਪੂਰਾ ਕੀਤਾ। ਇਸ ਤਰ੍ਹਾਂ ਮੰਤਰੀ ਨੇ ਰਾਜਿਆਂ ਦੇ ਰਾਜੇ ਨੂੰ ਕਥਾ ਪ੍ਰਸੰਗ ਕਹਿ ਕੇ ਪੂਰਾ ਕੀਤਾ।
ਭੇਦ ਅਹੀਰ ਨਾ ਕਛੁ ਲਹਿਓ, ਆਇਓ ਆਪਣੇ ਗ੍ਰੇਹ। ਗੁੱਜਰ ਕੋਈ ਭੇਦ ਨਾ ਸਮਝ ਕੇ ਆਪਣੇ ਘਰ ਆ ਗਿਆ। ਰਾਮ ਭਨੈ ਤਿਨ ਤ੍ਰਿਯ ਭਏ, ਅਧਿਕ ਬਢਾਇਓ ਨੇਹ। ਰਾਮ ਕਵੀ ਕਹਿੰਦੇ ਹਨ ਕਿ ਉਹ ਗੁੱਜਰ ਆਪਣੀ ਇਸਤਰੀ ਨਾਲ ਹੋਰ ਅਧਿਕ ਪ੍ਰੇਮ ਕਰਨ ਲੱਗਾ। ਇਸ 28ਵੇਂ ਚਰਿੱਤਰ ਦੇ ਅਖੀਰਲੇ 14ਵੇਂ ਪਦੇ ਵਿੱਚ ਕਵੀ ਰਾਮ ਕਹਿੰਦੇ ਨੇ, ਗੁੱਜਰ ਕੋਈ ਭੇਦ ਨਾ ਸਮਝ ਕੇ ਆਪਣੇ ਘਰ ਆ ਗਿਆ। ਰਾਮ ਕਵੀ ਕਹਿੰਦਾ ਹੈ ਕਿ ਉਹ ਗੁੱਜਰ ਆਪਣੀ ਇਸਤਰੀ ਨਾਲ ਹੋਰ ਅਧਿਕ ਪ੍ਰੇਮ ਕਰਨ ਲੱਗਾ। ਇੱਥੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਹਦੇ ਅਖੀਰ ਵਿੱਚ ਵੀ ਆਪ ਪੁਸ਼ਪਕਾ ਲਿਖੀ ਹੋਈ ਹੈ, ਜਿਵੇਂ ਸਾਰਿਆਂ ਦੇ ਪਿੱਛੇ ਲਿਖੀ ਹੁੰਦੀ ਹੈ। ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੋ ਮੰਤਰੀ ਭੂਪ ਸੰਵਾਦੇ, 28ਵਾਂ ਚਰਿਤ੍ਰ ਸਮਾਪਤਮ। ਸਤ ਸ਼ੁਭਮ ਸਤ ਅਫਜੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।